शीत युद्ध ਜਾਂ ਕੋਲਡ ਵਾਰ ਅੰਤਰਰਾਸ਼ਟਰੀ ਰਾਜਨੀਤੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਹੀ ਦਿਲਚਸਪ ਪਹਿਲੂ ਹੈ। ਇਸ ਕੁਐਸਚਨ ਵਿੱਚ ਅਸੀਂ ਚਰਚਾ ਕਰਾਂਗੇ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਸ਼ੀਤ ਯੁੱਧ ਦਾ ਕੀ ਭਾਵ ਹੈ, ਸ਼ੀਤ ਯੁੱਧ ਕਦੋਂ ਲੜਿਆ ਗਿਆ, ਸ਼ੀਤ ਯੁੱਧ ਦਾ ਸਮਾਂ ਕਿਹੜਾ ਸੀ ਅਤੇ ਸ਼ੀਤ ਯੁੱਧ ਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਕਤੀਆਂ ਜਾਂ ਕਿਹੜੀਆਂ-ਕਿਹੜੀਆਂ ਧਿਰਾਂ ਸ਼ਾਮਲ ਸੀ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਸ਼ੀਤ ਯੁੱਧ ਦਾ ਕੀ ਅਰਥ ਹੈ। ਸ਼ੀਤ ਯੁੱਧ ਦਾ ਅਰਥ ਹੈ ਵਿਰੋਧੀ ਰਾਜਾਂ ਦੇ ਵਿੱਚ ਤਣਾਅ ਦੀ ਸਥਿਤੀ, ਟੈਨਸ਼ਨ ਦੀ ਸਥਿਤੀ, ਜਿਸ ਵਿੱਚ ਵਾਸਤਵ ਵਿੱਚ ਯੁੱਧ ਨਹੀਂ ਲੜਿਆ ਜਾਂਦਾ ਪਰੰਤੂ ਦੋਵੇਂ ਧਿਰਾਂ ਇੱਕ ਦੂਸਰੇ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੀਆਂ ਹਨ। ਸ਼ੀਤ ਯੁੱਧ ਦੋ ਰਾਜਾਂ ਵਿਚਕਾਰ ਵੀ ਹੋ ਸਕਦਾ ਹੈ ਅਤੇ ਰਾਜਾਂ ਦੇ ਦੋ ਗਰੁੱਪਾਂ ਵਿਚਕਾਰ ਵੀ ਹੋ ਸਕਦਾ ਹੈ। ਆਮ ਤੌਰ ਤੇ ਇਸ ਸ਼ਬਦ ਦੀ ਵਰਤੋਂ ਅੰਤਰਰਾਸ਼ਟਰੀ ਰਾਜਨੀਤੀ ਦੇ ਸੰਬੰਧ ਵਿੱਚ ਜਦੋਂ ਕੀਤੀ ਜਾਂਦੀ ਹੈ ਤਾਂ ਇਹ ਤਣਾਅ ਦੇ ਉਸ ਕਾਲ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਪਾਸੇ ਅਮਰੀਕਨ ਧੜਾ ਸੀ, ਦੂਸਰੇ ਪਾਸੇ ਸੋਵੀਅਤ ਸੰਘ ਦਾ ਧੜਾ ਸੀ। ਇਹ ਅਵਸਥਾ ਦੂਸਰਾ ਵਿਸ਼ਵ ਯੁੱਧ ਸਮਾਪਤ ਹੋਣ ਤੋਂ ਤੁਰੰਤ ਬਾਅਦ ਤਕਰੀਬਨ ਸ਼ੁਰੂ ਹੋ ਗਈ ਸੀ ਅਤੇ ਜਿੰਨਾ ਚਿਰ ਸੋਵੀਅਤ ਸੰਘ ਦੁਨੀਆ ਦੇ ਵਿੱਚ ਰਿਹਾ ਉਨਾ ਚਿਰ ਚੱਲਦੀ ਰਹੀ। 1991 ਵਿੱਚ ਜਦੋਂ ਸੋਵੀਅਤ ਸੰਘ ਟੁੱਟਿਆ ਉਦੋਂ ਸ਼ੀਤ ਯੁੱਧ ਖਤਮ ਹੋਇਆ। ਸ਼ੀਤ ਯੁੱਧ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਇੱਕ ਅਮਰੀਕਨ ਲੀਡਰ ਸੀ ਬਰਨਾਰਡ ਬਾਰੂਚ, ਉਸਨੇ ਕੀਤੀ। ਉਸ ਤੋਂ ਬਾਅਦ ਇੱਕ ਅਕੈਡਮਿਸ਼ੀਅਨ ਸੀ ਪ੍ਰੋਫੈਸਰ ਵਾਲਟਰ ਲਿਪਮੈਨ, ਉਹਨਾਂ ਨੇ ਇਸ ਸ਼ਬਦ ਨੂੰ ਪਾਪੂਲਰ ਕੀਤਾ। ਸ਼ੀਤ ਯੁੱਧ ਦੀ ਪਰਿਭਾਸ਼ਾ ਦਿੰਦਿਆਂ ਜੋਜ਼ਫ ਫਰੈਂਕਲਿਨ ਨੇ ਕਿਹਾ ਹੈ ਕਿ ਸ਼ੀਤ ਯੁੱਧ ਨੂੰ ਦੋ ਮਹਾਸ਼ਕਤੀਆਂ ਦੇ ਦਰਮਿਆਨ ਮੌਜੂਦ ਡੂੰਘੀ ਪ੍ਰਤੀਯੋਗਤਾ ਭਾਵ ਚਾਲਾਂ ਅਤੇ ਪ੍ਰਤੀਚਾਲਾਂ ਦਾ ਸਿਲਸਿਲਾ ਮੰਨਿਆ ਜਾਂਦਾ ਹੈ। The Cold War may be regarded as a sparring match between the two giant states, a succession of moves and counter moves। ਹਾਰਟਮੈਨ ਨੇ ਕਿਹਾ ਹੈ ਸ਼ੀਤ ਯੁੱਧ ਦਾ ਅਰਥ ਦੇਸ਼ਾਂ ਵਿਚਕਾਰ ਤਣਾਅ ਦੀ ਉਸ ਸਥਿਤੀ ਤੋਂ ਹੈ ਜਿਸ ਵਿੱਚ ਯੁੱਧ ਵਿੱਚ ਪੈਣ ਤੋਂ ਬਿਨਾਂ ਹੀ ਇੱਕ ਦੂਜੇ ਪੱਖ ਨੂੰ ਕਮਜ਼ੋਰ ਕਰਨ ਅਤੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਯਤਨ ਕਰਦਾ ਹੈ। Cold War is a state of tension between countries in which each side adopts policies designed to strengthen itself and weaken the other by falling short of actual war। ਸ਼ੀਤ ਯੁੱਧ ਦੇ ਵਿੱਚ ਜਿਹੜੇ ਦੋ ਮੁੱਖ ਲੀਡਰ ਸੀ ਉਹ ਇੱਕ ਵਿਚਾਰਧਾਰਾ ਦੇ ਵੀ ਲੀਡਰ ਸੀ। USSR ਕਮਿਊਨਿਜ਼ਮ ਦੀ ਵਿਚਾਰਧਾਰਾ ਦਾ ਲੀਡਰ ਸੀ ਅਤੇ USA ਉਦਾਰਵਾਦ ਦੀ ਪੂੰਜੀਵਾਦ ਦੀ ਵਿਚਾਰਧਾਰਾ ਦਾ ਲੀਡਰ ਸੀ, ਪਰੰਤੂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਵਿਚਾਰ ਨੂੰ ਨਕਾਰ ਦਿੱਤਾ। ਉਹਨਾਂ ਨੇ ਕਿਹਾ ਕਿ ਸ਼ੀਤ ਯੁੱਧ ਪੁਰਾਣੇ ਸ਼ਕਤੀ ਸੰਤੁਲਨ ਦੀ ਧਾਰਨਾ ਦਾ ਨਵਾਂ ਰੂਪ ਹੈ। ਇਹ ਦੋ ਵੱਡੀਆਂ ਸ਼ਕਤੀਆਂ ਵਿਚਕਾਰ ਵਿਵਾਦ ਸੀ, ਨਾ ਕਿ ਦੋ ਵਿਚਾਰਧਾਰਾਵਾਂ ਵਿਚਕਾਰ। The Cold War was merely a new manifestation of the old balance of power idea. It was a conflict between two great powers, not two ideologies। ਸ਼ੀਤ ਯੁੱਧ ਦੇ ਜਿਹੜੇ ਸ਼ਾਬਦਿਕ ਅਰਥ ਅਸੀਂ ਪੜ੍ਹੇ ਨੇ, ਸ਼ੀਤ ਯੁੱਧ ਦੀਆਂ ਪਰਿਭਾਸ਼ਾਵਾਂ ਜੋ ਪੜ੍ਹੀਆਂ ਨੇ, ਉਹਨਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਮਾਨਸਿਕ ਯੁੱਧ ਦੀ ਅਵਸਥਾ ਹੈ ਜਿਸ ਵਿੱਚ ਇੱਕ ਧੜਾ ਦੂਸਰੇ ਧੜੇ ਦੇ ਖਿਲਾਫ ਵੱਧ ਚੜ੍ਹ ਕੇ ਪ੍ਰਚਾਰ ਕਰਦਾ ਹੈ, ਕੂਟਨੀਤੀ ਦਾ ਭਾਵ ਡਿਪਲੋਮੇਸੀ ਦਾ ਇਸਤੇਮਾਲ ਕਰਦਾ ਹੈ, ਆਪਣੇ ਮਿੱਤਰ ਰਾਜਾਂ ਦੀ ਗਿਣਤੀ ਵਿੱਚ ਹਮੇਸ਼ਾ ਵਾਧਾ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਵਿਰੋਧੀ ਧੜੇ ਨੂੰ ਕਮਜ਼ੋਰ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਵਿਸ਼ਵ ਨੇ ਜੋ ਸ਼ੀਤ ਯੁੱਧ ਪਿਛਲੀ ਸਦੀ ਵਿੱਚ ਹੰਢਾਇਆ ਹੈ ਉਸ ਵਿੱਚ ਇੱਕ ਪਾਸੇ USA ਦਾ ਗੁੱਟ ਸੀ ਜਿਸ ਨੂੰ ਪੂੰਜੀਵਾਦੀ ਗੁੱਟ ਜਾਂ ਐਂਗਲੋ ਅਮਰੀਕਨ ਗੁੱਟ ਕਿਹਾ ਜਾਂਦਾ ਹੈ। ਦੂਜੇ ਪਾਸੇ ਭੂਤਪੂਰਵ ਸੋਵੀਅਤ ਸੰਘ, ਕਿਉਂਕਿ ਹੁਣ ਟੁੱਟ ਚੁੱਕਿਆ ਹੈ, ਉਹ ਗੁੱਟ ਸੀ ਜਿਸ ਨੂੰ ਪੂਰਬੀ ਗੁੱਟ ਜਾਂ ਸਾਮਵਾਦੀ ਗੁੱਟ ਵੀ ਕਿਹਾ ਜਾਂਦਾ ਹੈ। ਇਸ ਨਕਸ਼ੇ ਦੇ ਵਿੱਚ ਜਿਹੜੇ ਅਸੀਂ ਖੇਤਰ ਦਿਖਾਏ ਨੇ ਉਹਦੇ ਵਿੱਚ ਜਿਹੜਾ ਗੂੜੇ ਲਾਲ ਰੰਗ ਨਾਲ ਦਿਖਾਏ ਗਏ ਖੇਤਰ ਨੇ ਇਹ USSR ਅਤੇ ਉਹਦੇ ਪੱਕੇ ਸਮਰਥਕ ਜਿਹੜੇ ਰਾਜ ਸੀ, ਜਿਹੜੇ ਹਰ ਸਟੈਪ ਤੇ ਅੱਖਾਂ ਬੰਦ ਕਰਕੇ USSR ਨਾਲ ਖੜਦੇ ਸੀ, ਉਹ ਰਾਜ ਨੇ। ਜਿਹੜੇ ਹਲਕੇ ਲਾਲ ਰੰਗ ਨਾਲ ਦਿਖਾਏ ਗਏ ਨੇ ਇਹ USSR ਦੀਆਂ ਸੈਟੇਲਾਈਟ ਸਟੇਟਸ ਨੇ, ਭਾਵ USSR ਦੇ ਨਾਲ ਖੜਦੇ ਸੀ ਪਰ USSR ਦਾ ਜਿਹੜਾ ਗਰੁੱਪ ਹੈ ਉਸ ਦੇ ਪੱਕੇ ਮੈਂਬਰ ਨਹੀਂ ਸੀ। ਜਿਹੜੇ ਗੂੜੇ ਨੀਲੇ ਰੰਗ ਨਾਲ ਦਿਖਾਏ ਗਏ ਕੰਟਰੀਜ਼ ਨੇ, ਖੇਤਰ ਨੇ, ਉਹ ਨਾਟੋ ਦੇ ਮੈਂਬਰ ਸੀ, ਭਾਵ ਅਮਰੀਕਨ ਧੜੇ ਦੇ ਉਹ ਮੈਂਬਰ ਸੀ ਜਿਹੜੇ ਹਰ ਗੱਲ ਤੇ ਅੱਖਾਂ ਬੰਦ ਕਰਕੇ USA ਦੇ ਨਾਲ ਖੜਦੇ ਸੀ। ਹਲਕੇ ਨੀਲੇ ਰੰਗ ਨਾਲ ਉਹ ਕੰਟਰੀਜ਼ ਦਿਖਾਏ ਗਏ ਨੇ ਜਿਹੜੇ ਅਮਰੀਕਨ ਧੜੇ ਦੇ ਸਮਰਥਕ ਸੀ ਪਰੰਤੂ ਇੰਨੇ ਕੱਟੜ ਸਮਰਥਕ ਨਹੀਂ ਸੀ ਕਿ ਹਰ ਗੱਲ ਤੇ ਅੱਖਾਂ ਬੰਦ ਕਰਕੇ ਅਮਰੀਕਨ ਧੜੇ ਦੇ ਨਾਲ ਖੜਨ। ਜਿਹੜੇ ਗਰੇ ਰੰਗ ਨਾਲ ਦਿਖਾਏ ਗਏ ਕੰਟਰੀਜ਼ ਨੇ, ਜਿਵੇਂ ਇੰਡੀਆ ਵੀ ਗਰੇ ਰੰਗ ਨਾਲ ਦਿਖਾਇਆ ਗਿਆ ਹੈ, ਇਹ ਉਹ ਕੰਟਰੀਜ਼ ਸੀ ਜਿਹੜੇ ਇਸ ਗੁੱਟਬੰਦੀ ਤੋਂ ਬਾਹਰ ਸੀ, ਜਿਹੜੇ ਨਾ USSR ਦੇ ਗਰੁੱਪ ਦੇ ਵਿੱਚ ਸੀ ਨਾ USA ਦੇ ਗਰੁੱਪ ਦੇ। ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਦੋ ਮਹਾਸ਼ਕਤੀਆਂ ਪੈਦਾ ਹੋਈਆਂ ਦੁਨੀਆ ਦੇ ਵਿੱਚ। ਦੂਸਰਾ ਵਿਸ਼ਵ ਯੁੱਧ ਹੈ ਜਿਹੜਾ ਇਹਨਾਂ ਮਹਾਸ਼ਕਤੀਆਂ ਨੇ ਇੱਕੋ ਹੀ ਧੜੇ ਦੇ ਪੱਖੋਂ ਲੜਿਆ ਸੀ। ਇਹ ਦੋ ਮਹਾਸ਼ਕਤੀਆਂ ਸੀ USA ਅਤੇ USSR। USA
1776 ਦੇ ਵਿੱਚ USA ਨਾਂ ਦਾ ਕੰਟਰੀ ਹੋਂਦ ਵਿੱਚ ਆਇਆ, ਸੰਘ ਬਣਿਆ ਹੈ ਅਤੇ ਫਿਰ ਹੌਲੀ-ਹੌਲੀ ਇਹ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਬਣਦਾ ਗਿਆ। ਅੱਜ ਵੀ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਹੈ। ਸੋਵੀਅਤ ਸੰਘ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ USSR ਇਹ 1922 ਦੇ ਵਿੱਚ ਹੋਂਦ ਵਿੱਚ ਆਇਆ। ਇਹ 1991 ਦੇ ਵਿੱਚ ਟੁੱਟ ਗਿਆ। ਇਸ ਸਮੇਂ USSR ਨਾਂ ਦਾ ਕੰਟਰੀ ਨਹੀਂ ਹੈ। ਇਸ ਦੀ ਇੱਕ ਵਿਰਾਸਤੀ ਸਟੇਟ ਹੈ ਰਸ਼ੀਆ। ਰਸ਼ੀਆ ਨੂੰ ਇਸ ਦੀ ਵਿਰਾਸਤ ਪ੍ਰਾਪਤ ਹੋਈ ਹੈ, ਭਾਵ ਇਸ ਦੀਆਂ ਦੇਣਦਾਰੀਆਂ, ਇਸ ਦੇ ਜਿਹੜੇ ਨਿਊਕਲੀਅਰ ਵੈਪਨਸ ਨੇ, ਇਸ ਦੇ UNO ਦੀ ਮੈਂਬਰਸ਼ਿਪ, ਉਹ ਇਸ ਦੀ ਵਿਰਾਸਤ ਦੇ ਤੌਰ ਤੇ, ਕਿਉਂਕਿ USSR ਦੇ ਵਿੱਚ ਸਭ ਤੋਂ ਵੱਡਾ ਕੰਟਰੀ ਰਸ਼ੀਆ ਸੀ, ਉਹ ਹੁਣ ਰਸ਼ੀਆ ਕੋਲ ਹੈ। USA ਜਿਹੜਾ ਹੈ ਦੁਨੀਆ ਦੇ ਦੂਸਰੇ ਪਾਸੇ ਹੈ, ਜਿਹੜਾ ਅਮਰੀਕਨ ਮਹਾਦੀਪ ਤੇ ਹੈ। ਇਹ ਵੀ USA ਦਾ ਭਾਗ ਹੈ, ਇਹ ਵੀ ਮੇਨ USA ਦਾ ਭਾਗ ਹੈ। ਸ਼ੀਤ ਯੁੱਧ ਦਾ ਸਮਾਂ ਕਿਹੜਾ ਹੈ? ਇਹ ਕੋਈ ਫਿਕਸ ਡੇਟ ਨਹੀਂ ਹੈ ਕਿ ਕਿਸ ਡੇਟ ਨੂੰ ਸ਼ੀਤ ਯੁੱਧ ਸ਼ੁਰੂ ਹੋਇਆ, ਕਿਸ ਡੇਟ ਨੂੰ ਤੱਕ ਚੱਲਿਆ, ਪਰੰਤੂ ਬਹੁਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਸ਼ੀਤ ਯੁੱਧ 1947 ਤੋਂ ਸ਼ੁਰੂ ਹੋਇਆ ਅਤੇ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ USSR ਲਿਕੁਇਡੇਟ ਨਹੀਂ ਹੋ ਗਿਆ, USSR ਟੁੱਟ ਨਹੀਂ ਗਿਆ। USSR 26 ਦਸੰਬਰ 1991 ਨੂੰ ਟੁੱਟਿਆ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ 1947 ਤੋਂ ਲੈ ਕੇ ਦਸੰਬਰ 1991 ਤੱਕ ਦਾ ਸਮਾਂ ਹੈ ਜਿਹੜਾ ਉਹ ਸ਼ੀਤ ਯੁੱਧ ਦਾ ਸਮਾਂ ਹੈ। ਇਸ ਸਮੇਂ ਦੌਰਾਨ ਦੁਨੀਆ ਦੀਆਂ ਜਿਹੜੀਆਂ ਦੋਵੇਂ ਇਹ ਮਹਾਸ਼ਕਤੀਆਂ ਸੀ, USA ਤੇ USSR, ਇੱਕ ਦੂਜੇ ਦੇ ਕੱਟੜ ਵਿਰੋਧੀ ਬਣੇ ਰਹੇ, ਪਰੰਤੂ ਕਿਸੇ ਵੀ ਗੁੱਟ ਵਿੱਚ, ਕਿਸੇ ਵੀ ਰਾਜ ਦੇ ਵਿੱਚ ਦੋਨਾਂ ਜਿਹੜੇ ਵੱਡੇ ਸੀ, ਯੁੱਧ ਸ਼ੁਰੂ ਕਰਨ ਦੀ ਹਿੰਮਤ ਨਹੀਂ ਹੋਈ ਕਿ ਦੂਸਰੇ ਦੇ ਖਿਲਾਫ ਯੁੱਧ ਸ਼ੁਰੂ ਕਰ ਸਕੇ। ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਦੋਵਾਂ ਹੀ ਮਹਾਸ਼ਕਤੀਆਂ ਦੁਆਰਾ। ਦੋਹਾਂ ਨੇ ਆਪੋ ਆਪਣੇ ਸਮਰਥਕ ਰਾਜਾਂ ਨਾਲ ਮਿਲ ਕੇ ਸੈਨਿਕ ਗੱਠਜੋੜ ਬਣਾਏ, ਮਿਲਟਰੀ ਅਲਾਇੰਸਸ ਬਣਾਏ। ਨਾਟੋ ਨਾਂ ਦਾ ਜਿਹੜਾ ਸੰਗਠਨ ਹੈ, ਸੈਨਿਕ ਗੱਠਜੋੜ ਹੈ, ਇਹ USA ਦੀ ਅਗਵਾਈ ਵਿੱਚ ਬਣਿਆ। ਇਸ ਦੇ ਜਵਾਬ ਵਜੋਂ USSR ਨੇ ਜਿਹੜਾ ਸੈਨਿਕ ਸੰਗਠਨ ਬਣਾਇਆ, ਉਸ ਨੂੰ ਅਸੀਂ ਵਾਰਸਾ ਪੈਕਟ ਕਹਿੰਦੇ ਹਾਂ। ਇੱਕ ਦੂਸਰੇ ਦੀ ਹਰ ਸੰਭਵ ਤਰੀਕੇ ਨਾਲ ਜਾਸੂਸੀ ਕੀਤੀ ਗਈ। ਇੱਕ ਦੂਸਰੇ ਤੋਂ ਵੱਧ ਕੇ ਹਥਿਆਰਾਂ ਦਾ ਨਿਰਮਾਣ ਕੀਤਾ ਗਿਆ। ਜਿਹੜਾ ਹਥਿਆਰ ਇੱਕ ਗਰੁੱਪ ਜਾਂ ਇੱਕ ਰਾਜ ਬਣਾ ਲੈਂਦਾ ਸੀ, ਇੱਕ ਮਹਾਸ਼ਕਤੀ ਬਣਾ ਲੈਂਦੀ ਸੀ, ਦੂਸਰੀ ਮਹਾਸ਼ਕਤੀ ਆਪਣਾ ਪੂਰਾ ਤਾਣ ਲਾ ਦਿੰਦੀ ਸੀ ਕਿ ਜਲਦੀ ਤੋਂ ਜਲਦੀ ਉਹ ਹਥਿਆਰ ਆਪ ਬਣਾਇਆ ਜਾ ਸਕੇ। USA ਨੇ 1945 ਦੇ ਵਿੱਚ ਇੱਕ ਐਸਾ ਹਥਿਆਰ ਦੁਨੀਆ ਨੂੰ ਦਿਖਾਇਆ, ਐਟਮ ਬੰਬ, ਜਦੋਂ ਨੇ ਜਾਪਾਨ ਦੇ 2 ਸ਼ਹਿਰਾਂ ਤੇ ਇਹ ਸੁੱਟਿਆ ਤੇ USSR ਨੇ ਆਪਣੀ ਸਾਰੀ ਸ਼ਕਤੀ ਲਾ ਦਿੱਤੀ ਐਟਮ ਬੰਬ ਦੀ ਤਿਆਰੀ ਲਈ, ਐਟਮ ਬੰਬ ਦਾ ਭੇਦ ਪ੍ਰਾਪਤ ਕਰਨ ਲਈ। ਤੇ ਅਗਲੇ 4 ਸਾਲਾਂ ਦੇ ਵਿੱਚ ਹੀ 1949 ਦੇ ਵਿੱਚ ਉਸਨੇ ਸਫਲਤਾਪੂਰਵਕ ਐਟੋਮਿਕ ਐਕਸਪੈਰੀਮੈਂਟ ਕਰ ਲਿਆ। ਇੱਕ ਦੂਸਰੇ ਤੋਂ ਸੈਨਿਕ, ਆਰਥਿਕ, ਵਿਗਿਆਨਕ ਹਰ ਪੱਖ ਦੇ ਵਿੱਚ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਨੇ ਸੈਟੇਲਾਈਟ ਛੱਡਿਆ, ਦੂਸਰਾ ਵੀ ਸੈਟੇਲਾਈਟ ਛੱਡਣ ਦੀ ਕੋਸ਼ਿਸ਼ ਕਰਦਾ ਸੀ। ਸੈਨਿਕ ਖੇਤਰ ਦੇ ਵਿੱਚ, ਆਰਥਿਕ ਖੇਤਰ ਦੇ ਵਿੱਚ, ਹਰ ਖੇਤਰ ਦੇ ਵਿੱਚ ਇੱਕ ਦੂਸਰੇ ਨਾਲ ਪੂਰਾ ਬਹੁਤ ਜ਼ਿਆਦਾ ਕੰਪੀਟੀਸ਼ਨ ਸੀ। ਦੁਨੀਆ ਦੇ ਹੋਰ ਰਾਜਾਂ ਨੂੰ ਦੋਨੇ ਰਾਜ ਕੋਸ਼ਿਸ਼ ਕਰਦੇ ਸੀ, ਦੋਨੇ ਮਹਾਸ਼ਕਤੀਆਂ ਕੋਸ਼ਿਸ਼ ਕਰਦੀਆਂ ਸੀ ਕਿ ਆਪੋ ਆਪਣੇ ਕੈਂਪ ਵਿੱਚ ਸ਼ਾਮਲ ਕੀਤਾ ਜਾਵੇ। ਜਿਹੜੇ ਰਾਜ ਵਿਸ਼ੇਸ਼ ਤੌਰ ਤੇ ਨਵੇਂ ਸੁਤੰਤਰ ਹੋਏ ਸੀ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਭਾਰਤ, ਪਾਕਿਸਤਾਨ ਵਰਗੇ ਦੋਨੇ ਗਰੁੱਪ ਕੋਸ਼ਿਸ਼ ਕਰਦੇ ਸੀ ਕਿ ਹਰੇਕ ਰਾਜ ਨੂੰ ਆਪਣੇ ਧੜੇ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਿਹੜੇ ਕਮਜ਼ੋਰ ਤੇ ਗਰੀਬ ਰਾਜ ਸੀ, ਜਿਹੜੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕਲੋਨੀਅਲ ਪਾਵਰਸ ਤੋਂ ਆਜ਼ਾਦ ਹੋਏ ਸੀ, ਉਹਨਾਂ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਸੀ। ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਗਈ ਦੋਹਾਂ ਧੜਿਆਂ ਦੁਆਰਾ, ਪਰ ਕੀਤੀ ਇਸ ਸ਼ਰਤ ਤੇ ਜਾਂਦੀ ਸੀ ਕਿ ਤੁਸੀਂ ਸਾਡੇ ਧੜੇ ਦੇ ਮੈਂਬਰ ਬਣੋਗੇ। ਜਿਹੜਾ ਸੁਤੰਤਰ ਰਹਿਣ ਦੀ ਕੋਸ਼ਿਸ਼ ਕਰਦਾ ਸੀ, ਉਸ ਦੀ ਕੋਈ ਮਹਾਸ਼ਕਤੀ ਬਹੁਤੀ ਸਪੋਰਟ ਨਹੀਂ ਕਰਦੀ ਸੀ। ਜਿਹੜਾ ਉਹਨਾਂ ਦੇ ਕਿਸੇ ਦੇ ਵੀ ਕੈਂਪ ਵਿੱਚ ਸ਼ਾਮਲ ਹੋ ਜਾਂਦਾ ਸੀ, ਉਸ ਦੀ ਪੂਰੀ ਸਪੋਰਟ ਕੀਤੀ ਜਾਂਦੀ ਸੀ। ਦੁਨੀਆ ਦੇ ਜਿਸ ਕਿਸੇ ਰਾਜ ਵਿੱਚ ਵੀ ਕੋਈ ਅੰਦਰੂਨੀ ਕਲੇਸ਼ ਪੈਦਾ ਹੁੰਦਾ ਸੀ, ਕੋਈ ਖਾਨਾ ਜੰਗੀ ਵਾਲੇ ਹਾਲਾਤ ਬਣਦੇ ਸੀ, ਦੋਨੇ ਮਹਾਸ਼ਕਤੀਆਂ ਉੱਥੇ ਜਾ ਕੇ ਆਪਣੀ ਲੜਾਈ ਸ਼ੁਰੂ ਕਰ ਦਿੰਦੀਆਂ ਸੀ। ਜੇ ਇੱਕ ਮਹਾਸ਼ਕਤੀ ਨੇ ਉੱਥੇ ਸਰਕਾਰ ਦੀ ਸਪੋਰਟ ਸ਼ੁਰੂ ਕਰਤੀ ਤਾਂ ਦੂਸਰੀ ਮਹਾਸ਼ਕਤੀ ਉੱਥੇ ਜਿਹੜੇ ਗੁਰੀਲੇ ਹੁੰਦੇ ਸੀ ਜਾਂ ਜਿਹੜੇ ਸਰਕਾਰ ਦੇ ਵਿਰੁੱਧ ਲੜ ਰਹੇ ਲੋਕ ਨੇ, ਉਹਨਾਂ ਦੀ ਸਪੋਰਟ ਸ਼ੁਰੂ ਕਰ ਦਿੰਦੀ ਸੀ। ਜਿਵੇਂ ਅਫਗਾਨਿਸਤਾਨ ਦੇ ਵਿੱਚ ਜੇ USSR ਨੇ ਸਰਕਾਰ ਦੀ ਸਪੋਰਟ ਕਰਨੀ ਸ਼ੁਰੂ ਕੀਤੀ ਤਾਂ ਜਿਹੜੇ ਉਹਦੇ ਨਾਲ ਲੜ ਰਹੇ ਸੀ ਗੁਰੀਲੇ ਤਾਲਿਬਾਨ, ਉਹਨਾਂ ਦੀ ਸਪੋਰਟ USA ਨੇ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਵੀਅਤਨਾਮ ਦੇ ਵਿੱਚ ਹੋਇਆ, ਇਸੇ ਤਰ੍ਹਾਂ ਯੂਨਾਨ ਦੇ ਵਿੱਚ ਹੋਇਆ। ਸਾਰੇ ਰਾਜਾਂ ਦੇ ਵਿੱਚ ਜਿੱਥੇ ਜਿੱਥੇ ਪ੍ਰੋਕਸੀ ਵਾਰਜ਼ ਲੜੀਆਂ ਗਈਆਂ ਉੱਥੇ ਇਹੀ ਕੁਝ ਹੋਇਆ। ਪ੍ਰੋਕਸੀ ਵਾਰ ਦਾ ਭਾਵ ਹੈ ਕਿ ਮਹਾਸ਼ਕਤੀਆਂ ਆਪ ਡਾਇਰੈਕਟ ਨਹੀਂ ਸੀ ਲੜਦੀਆਂ। ਕਿਸੇ ਤੀਸਰੇ ਦੇਸ਼ ਦੇ ਵਿੱਚ ਜਿੱਥੇ ਹਾਲਾਤ ਖਰਾਬ ਨੇ, ਉੱਥੇ ਇੱਕ ਗਰੁੱਪ ਦੀ ਸਪੋਰਟ USA ਸ਼ੁਰੂ ਕਰ ਦਿੰਦਾ ਸੀ, ਦੂਸਰੇ ਦੀ ਸਪੋਰਟ USSR ਸ਼ੁਰੂ ਕਰ ਦਿੰਦਾ ਸੀ। ਜਦੋਂ ਕਦੇ ਸ਼ੀਤ ਯੁੱਧ ਮੱਠਾ ਪੈਂਦਾ ਸੀ ਤਾਂ ਉਸ ਨੂੰ ਡਿਟਾਂਟ ਦਾ ਸਮਾਂ ਕਿਹਾ ਜਾਂਦਾ ਸੀ। ਡਿਟਾਂਟ ਦਾ ਮੀਨਿੰਗ ਹੈ ਨਰਮੀ, ਸ਼ਾਂਤੀ, ਠੰਡਕ। ਦੋਹਾਂ ਮਹਾਸ਼ਕਤੀਆਂ ਦੀ ਮਾਰੂ ਸਮਰੱਥਾ ਇੰਨੀ ਸੀ, ਇੰਨੇ ਜ਼ਿਆਦਾ ਐਟਮ ਬੰਬ ਸੀ, ਇੰਨੀਆਂ ਜ਼ਿਆਦਾ ਮਿਜ਼ਾਈਲਾਂ ਸੀ, ਇੰਨੇ ਜ਼ਿਆਦਾ ਸਮੁੰਦਰੀ ਬੇੜੇ ਸੀ
ਕਿ ਦੁਨੀਆ ਨੂੰ ਲੱਗਦਾ ਸੀ ਕਿ ਕਦੇ ਵੀ ਇਹਨਾਂ ਦੀ ਕੋਈ ਕਿਸੇ ਕਾਰਨ ਜੇ ਲੜਾਈ ਸ਼ੁਰੂ ਹੋ ਗਈ ਤਾਂ ਪੂਰੀ ਦੁਨੀਆ ਖਤਮ ਹੋ ਸਕਦੀ ਹੈ। ਇਸ ਲਈ ਦੁਨੀਆ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਰਿਹਾ ਜਿੰਨਾ ਚਿਰ ਸ਼ੀਤ ਯੁੱਧ ਚੱਲਦਾ ਰਿਹਾ। ਦੁਨੀਆ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਰਿਹਾ ਕਿ ਜਿਵੇਂ ਅਸੀਂ ਬਰੂਦ ਦੇ ਢੇਰ ਤੇ ਬੈਠੇ ਹੋਈਏ। ਫਿਰ ਅਖੀਰ 'ਚ USSR ਆਪਣੀਆਂ ਅੰਦਰੂਨੀ ਕੰਟਰਾਡਿਕਸ਼ਨ ਨੂੰ ਸਹਾਰ ਨਹੀਂ ਸਕਿਆ, ਆਰਥਿਕ ਤੌਰ ਤੇ ਕਮਜ਼ੋਰ ਹੋ ਗਿਆ ਅਤੇ 26 ਦਸੰਬਰ 1991 ਨੂੰ ਸੋਵੀਅਤ ਸੰਘ ਬਿਖਰ ਗਿਆ। ਅਮਰੀਕਾ ਦੁਨੀਆ ਦੀ ਇਕੱਲੀ ਸੁਪਰ ਪਾਵਰ, ਇਕੱਲੀ ਮਹਾਸ਼ਕਤੀ ਦੇ ਤੌਰ ਤੇ ਰਹਿ ਗਿਆ। ਸੋਵੀਅਤ ਸੰਘ ਦੇ ਬਿਖਰ ਦੇ ਨਾਲ ਹੀ ਜਿਹੜਾ ਸ਼ੀਤ ਯੁੱਧ ਸੀ, ਇਹ ਕੋਲਡ ਵਾਰ ਸੀ USA ਤੇ USSR ਦੇ ਵਿਚਕਾਰ, ਉਹ ਵੀ ਖਤਮ ਹੋ ਗਈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।